Good morning students, welcome to my YouTube channel. This is my first session related to the economics students. My first topic is to the introduction of to the microeconomics. This chapter is based upon to the PSEB's current new session syllabus. So I will start from this session. ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਵੀ ਮੈਂ ਇੰਟਰੋਡਕਸ਼ਨ ਆਫ ਮੈਕਰੋ ਇਕਨੋਮਿਕਸ ਦੇ ਵਿੱਚ ਅਸੀਂ ਅੱਜ ਕੀ ਪੜ੍ਹਾਂਗੇ ਅਤੇ ਕਿਸ ਚੀਜ਼ ਦੇ ਰਿਲੇਟਡ ਇਹਦੇ ਵਿੱਚ ਮੈਂ ਗੱਲਾਂ ਕਰਾਂਗਾ। ਫਸਟ ਹੈਗਾ ਵਾਟ ਇਜ਼ ਦੀ ਇਕਨੋਮਿਕਸ। ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਜਿਸ ਚੀਜ਼ ਨੂੰ ਅਸੀਂ ਪੜ੍ਹ ਰਹੇ ਹਾਂ ਉਹਦਾ ਮਤਲਬ ਕੀ ਆ। ਨੈਕਸਟ ਹੈਗਾ ਮੀਨਿੰਗ ਆਫ ਟੂ ਦੀ ਮੈਕਰੋ ਇਕਨੋਮਿਕਸ, ਵੀ ਮੈਕਰੋ ਇਕਨੋਮਿਕਸ ਕੀ ਹੁੰਦੀ ਆ। ਨੈਕਸਟ ਹੈਗਾ ਵਾ ਮੀਨਿੰਗ ਆਫ ਟੂ ਦੀ ਮੈਕਰੋ ਇਕਨੋਮਿਕਸ, ਫਿਰ ਪੋਜ਼ੀਟਿਵ ਐਂਡ ਨੈਰੇਟਿਵ ਇਕਨੋਮਿਕਸ, ਇਹਦੇ ਬਾਰੇ ਅਸੀਂ ਜਿਹੜਾ ਡਿਸਕਸ਼ਨ ਕਰਾਂਗੇ ਉਹ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਨਾਓ ਹੁਣ ਅਸੀਂ ਸੈਸ਼ਨ ਸ਼ੁਰੂ ਕਰਦੇ ਹਾਂ। ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਵੀ ਮੈਂ ਕੁਝ ਚੀਜ਼ਾਂ ਦੱਸਣਾ ਚਾਹਾਂਗਾ ਵੀ ਜੇਕਰ ਅਸੀਂ ਇਕਨੋਮਿਕਸ ਵੀ ਪੜ੍ਹ ਰਹੇ ਹਾਂ ਐਜ਼ ਏ ਨਾਟ ਓਨਲੀ ਫॉर ਕਮਰਸ ਸਟੂਡੈਂਟਸ, ਵੈਨ ਆਈ ਵਾਜ਼ ਆਰਟਸ ਸਟੂਡੈਂਟਸ ਐਂਡ ਆਈ ਵਿਲ ਟੇਕ ਦੀ ਵਨ ਇੰਪੋਰਟੈਂਟ ਸਬਜੈਕਟ ਆਫ ਦੀ ਇਕਨੋਮਿਕਸ। ਸੋ ਵਟ ਕੈਨ ਬੀ ਆਈ ਡੂ ਵਿਦ ਦੀ ਹੈਲਪ ਆਫ ਟੂ ਦੀ ਇਕਨੋਮਿਕਸ। ਮੈਂ ਇਸ ਦੇ ਸੈਸ਼ਨ ਦੇ ਵਿੱਚ ਪਹਿਲਾਂ ਜਿਹੜਾ ਆਹ ਪੇਜ ਆ ਇਹਦੇ ਵਿੱਚ ਮੈਂ ਡਿਸਕਸ ਕੀਤਾ ਵਾ ਵੀ ਇਕਨੋਮਿਕਸ ਵਰਸਿਸ ਅਦਰ ਸਬਜੈਕਟਸ, ਵੀ ਜੇ ਇਕੱਲਾ ਇਕਨੋਮਿਕਸ ਆ ਅਤੇ ਉਹਦੇ ਨਾਲ ਜਿਹੜੇ ਹੋਰ ਸਬਜੈਕਟਸ ਨੇ ਉਹਦੇ ਨਾਲ ਕੀ ਸਕੋਪ ਆ। ਇਕਨੋਮਿਕਸ ਦਾ ਸਕੋਪ ਦੇਖਦੇ ਹਾਂ। ਇਕਨੋਮਿਕਸ ਯੂਜ਼ ਹੁੰਦੀ ਆ ਹੈਲਥ, ਐਜੂਕੇਸ਼ਨਸ, ਫਾਈਨੈਂਸ, ਗੌਰਮੈਂਟ, processes, market researches. When you have been enter the job markets, the average salary is to the 68,000 UD per year, ਯਾਨੀ ਕਿ ਵੀ ਤੁਹਾਡਾ US ਡਾਲਰ ਦੇ ਵਿੱਚ ਇੰਨੀ ਐਵਰੇਜ ਅਮਾਊਂਟ ਤੁਸੀਂ ਕਮਾ ਸਕਦੇ ਹੋ ਚੂਜ਼ ਕਰਕੇ ਇਕਨੋਮਿਕਸ ਨੂੰ। ਇਕਨੋਮਿਕ ਸੈਸ਼ਨ ਹਰ ਇੱਕ ਕਿਤੇ ਯੂਜ਼ ਹੁੰਦਾ ਵਾ। ਅੱਜ ਦਾ ਜਿਹੜਾ ਦੌਰ ਚੱਲ ਰਿਹਾ ਵਾ ਉਹ ਇਕਨੋਮਿਕਸ ਬੇਸਡ ਹੈ। ਫੋਰ ਐਗਜ਼ਾਮਪਲ ਜੋ ਤੁਸੀਂ ਦੇਖਿਆ ਹੋਵੇ, ਜੋ ਕਦੇ ਤੁਸੀਂ ਅੱਜ ਕੱਲ੍ਹ ਨਿਊਜ਼ ਸੁਣਦੇ ਹੋ ਤਾਂ ਨਿਊਜ਼ ਦੇ ਵਿੱਚ ਸੁਣਿਆ ਹੋਊਗਾ ਵੀ ਇੰਡੀਆ ਦੀ ਜਿਹੜੀ ਇਕੋਨਮੀ ਆ ਉਹ ਕੀ ਆ 3 ਟ੍ਰਿਲੀਅਨ ਇਕੋਨਮੀ ਬਣ ਜਾ ਰਹੀ ਆ ਨੈਕਸਟ 2 ਈਅਰਸ ਦੇ ਵਿੱਚ। ਮਤਲਬ ਕੀ ਹੈ ਇਹਦਾ ਮਤਲਬ ਕੀ ਹੋ ਰਿਹਾ ਵੀ ਜਿਹੜੀ ਸਾਡੀ ਇਕੋਨਮਿਕ ਗਰੋਥ ਆ ਉਹ ਇਨਕਰੀਜ਼ ਹੋ ਰਹੀ ਆ। ਯਾਨੀ ਕਿ ਕਹਿਣ ਦਾ ਭਾਵ ਜੋ ਅਸੀਂ ਲਿਵਿੰਗ ਸਟਾਈਲ ਨੂੰ ਕੰਪੇਅਰ ਕਰੀਏ ਸਾਡੀ ਜਨਰੇਸ਼ਨ ਦੀ ਅਤੇ ਸਾਡੇ ਪੇਰੈਂਟਸ ਦੀ ਜਨਰੇਸ਼ਨ ਦੇ ਨਾਲ, ਉਹਨਾਂ ਦੀ ਜਨਰੇਸ਼ਨ ਅਤੇ ਸਾਡੀ ਜਨਰੇਸ਼ਨ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਆ। ਜਦੋਂ ਸਾਡੇ ਪੇਰੈਂਟਸ ਹੁੰਦੇ ਸੀ ਉਦੋਂ ਸੈੱਲਫੋਨ ਸਿਰਫ ਇਨਵੈਂਟ ਹੋਏ ਸੀਗੇ, ਕੀਪੈਡ ਵਾਲੇ ਸੀਗੇ। ਬਟ ਜਿਵੇਂ ਜਿਵੇਂ ਉਹ ਟੈਕਨੋਲੋਜੀ ਵਿੱਚ ਇੰਪਰੂਵਮੈਂਟ ਆਇਆ ਤਾਂ ਸਿਰਫ ਟੈਕਨੋਲੋਜੀ ਇੰਪਰੂਵਮੈਂਟ ਨਹੀਂ ਜ਼ਰੂਰੀ ਹੁੰਦਾ, ਉਹਦੀ ਪਬਲਿਸਿਟੀ, ਉਹ ਤੋਂ ਕਿੰਨੀ ਇਨਕਮ ਜਨਰੇਟ ਹੁੰਦੀ ਆ, ਉਹ ਕਿੰਨੀ ਇਨਕਮ ਅਸੀਂ ਕਿੱਥੇ ਲਗਾ ਰਹੇ ਹਾਂ ਅਤੇ ਉਹਦੇ ਨਾਲ ਸਾਨੂੰ ਕੀ ਆਊਟਪੁੱਟ ਮਿਲ ਰਿਹਾ, ਇਹ ਸਾਰੀਆਂ ਚੀਜ਼ਾਂ ਇਫੈਕਟ ਕਰਦੀਆਂ ਨੇ। ਮੈਂ ਇਹਦੀ ਐਗਜ਼ਾਮਪਲ ਸੈੱਲਫੋਨ ਦੀ ਤਾਂ ਲਈ ਕਿਉਂਕਿ ਸੈੱਲਫੋਨ ਇਜ਼ ਅ ਵੈਰੀ ਯੂਜ਼ਫੁਲ ਥਿੰਗਸ ਇਨ ਦੀ ਪ੍ਰੈਜ਼ੈਂਟ ਟਾਈਮ, ਐਵਰੀਵਨ ਯੂਜ਼ ਦੇਅਰ ਸੈੱਲਫੋਨ। ਸੋ ਜੇਕਰ ਅਸੀਂ ਸੈੱਲਫੋਨ ਦੀ ਗੱਲ ਕਰੀਏ ਵੀ ਜਦੋਂ ਸਾਡੇ ਪੇਰੈਂਟਸ ਹੁੰਦੇ ਸੀਗੇ ਤਾਂ ਮੇਰੇ ਮੰਮੀ ਪਾਪਾ ਜਾਂ ਉਸ ਸਮੇਂ ਕੀ ਹੁੰਦਾ ਸੀਗਾ ਕੀਪੈਡ ਵਾਲੇ ਸੈੱਲਫੋਨ ਚੱਲੇ ਸੀ ਅਤੇ ਉਸ ਪਰਸਨ ਨੂੰ ਕਦੀ ਸੋਚਿਆ ਵੀ ਨਹੀਂ ਸੀ ਇੰਟਰਨੈਟ ਨਾਮ ਦੀ ਵੀ ਚੀਜ਼ ਇਹਦੇ ਵਿੱਚ ਮਿਲੂਗੀ, ਕਿਉਂਕਿ ਉਸ ਸਮੇਂ ਦੀ ਜਿਹੜੀ ਕਾਸਟ ਦੇਖੀ ਜਾਵੇ ਤਾਂ ਉਹ ਸੈੱਲਫੋਨ ਦੀ 3000 4000 ਅਤੇ ਇਨਕਮ ਜਿਹੜੀ ਸੀਗੀ ਇਨਕਮ ਆਫ ਅ ਵਨ ਪਰਸਨ ਇਜ਼ ਆਲਸੋ ਵੀ ਅਰਾਊਂਡ ਅਸ ਟੂ ਦੀ 3 4 5000 ਇਜ਼ ਆ ਇਨਫ। ਬਟ ਅੱਜ ਦੇ ਸਮੇਂ ਦੇ ਵਿੱਚ ਅਸੀਂ 5000 ਦੇ ਵਿੱਚ ਵੀ ਇੱਕ ਐਂਡਰੋਇਡ ਫੋਨ ਲੈ ਸਕਦੇ ਹਾਂ ਜਿਹਦੇ ਵਿੱਚ ਇੰਟਰਨੈਟ ਚੱਲਦਾ ਹੁੰਦਾ, ਅਤੇ ਇੰਟਰਨੈਟ ਵੀ ਉਹਦੀ ਕਾਸਟ ਕੀ ਆ ਘਟਦੀ ਜਾ ਰਹੀ ਆ। ਤੁਸੀਂ ਹੁਣ ਦੇਖਿਆ ਹੋਵੇ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਨੂੰ ਜਿਹੜਾ ਡਾਟਾ ਮਿਲਦਾ ਹੁੰਦਾ ਸੀ ਉਹ 2 MBs ਜਾਂ 20s 250 MBs 1 GB ਫੋਰ ਅ 1 ਮੰਥ, ਉਹ ਸਾਡੇ ਲਈ ਇਨਫ ਹੁੰਦਾ ਸੀ। ਬਟ ਅੱਜ ਦੇ ਦੌਰ ਦੇ ਵਿੱਚ ਸਾਨੂੰ 2 GB ਵੀ ਘੱਟ ਪੈ ਰਹੀ ਹੈ ਇੱਕ ਦਿਨ ਦੇ ਵਿੱਚ। ਰੀਜ਼ਨ growth of to the economy, growth of to the this particular sector. When the growth of to the one sector, so it is also effect to the revenue of to the one person. ਵੀ ਜਦੋਂ ਇਹ ਸੈਕਟਰ ਗਰੋਥ ਕਰਦਾ ਵਾ, ਦੇਖੋ ਹੁਣ ਜੇ ਤੁਸੀਂ ਸੋਚਿਆ ਹੋਵੇ ਪਹਿਲਾਂ ਸਾਡੇ ਜ਼ਮਾਨੇ ਦੇ ਵਿੱਚ ਸਿਰਫ ਨੋਕੀਆ ਦੇ ਸੈੱਲਫੋਨ ਆਉਂਦੇ ਸੀ, ਬਟ ਅੱਜ ਦੇ ਸਮੇਂ ਦੇ ਵਿੱਚ number of companies are introduced their number of cell phones like Oppo's, MI, Apple, any others, number of brands are available at here. So that is depending upon their economics. There will be a setup to the one persons which has been making their strategies related to the economy. ਵੀ ਇਹ ਸਾਰੇ ਬੰਦੇ ਕੀ ਨੇ ਸਾਡੀ ਇਕੋਨਮੀ ਦੇ ਰਿਲੇਟਡ ਇੱਕ ਸਟ੍ਰੈਟਜੀਜ਼ ਪਲਾਨ ਕਰਦੇ, ਉਹ ਦੱਸਦੇ ਆ ਵੀ ਸਾਨੂੰ ਇਨੋਵੇਟ ਕਿਵੇਂ ਕਰਨਾ ਚਾਹੀਦਾ ਵਾ, ਜੋ ਮਾਰਕੀਟ ਦੇ ਵਿੱਚ ਰਹਿਣਾ ਵਾ ਸਾਨੂੰ ਕਿਹੜੀਆਂ ਚੀਜ਼ਾਂ ਚਾਹੀਦੀਆਂ ਨੇ। ਜੋ ਤੁਸੀਂ ਕਦੀ ਕੰਪੇਅਰ ਕਰੋ ਨਾ, ਹਰ ਇੱਕ ਪਰਸਨ ਕੀ ਆ ਅੱਜ ਦੇ ਦੌਰ ਦੇ ਵਿੱਚ ਸੈੱਲਫੋਨ ਸਿਰਫ 1 ਸਾਲ ਜਾਂ 2 ਸਾਲ ਰੱਖ ਰਿਹਾ। ਨੈਕਸਟ ਕੀ ਆ ਉਹ ਦੇਖਦਾ ਵਾ ਕੀ ਆ ਵੀ ਸੈੱਲਫੋਨ ਚੇਂਜ ਹੋ ਰਿਹਾ ਤਾਂ ਮੈਨੂੰ ਵੀ ਚੇਂਜ ਹੋਣਾ ਪੈਣਾ ਵਾ। ਕਿਉਂਕਿ ਉਹਦੀ ਜ਼ਰੂਰਤ ਆ। ਸਾਨੂੰ ਕੀ ਆ ਉਹਦੇ ਵਿੱਚ ਨਵੀਂ ਇਨੋਵੇਸ਼ਨ ਆ ਰਹੀ ਹੈ। ਨਵੀਂ ਇਨੋਵੇਸ਼ਨਸ ਦੇ ਨਾਲ ਉਹ ਕਿਵੇਂ ਆਊਗੀ ਜੇਕਰ ਅਸੀਂ ਪੈਸਾ ਇਨਵੈਸਟ ਕਰਾਂਗੇ। ਤਾਂ ਇਕੋਨਮੀ
ਤੇ ਇਕਨੋਮਿਕਸ ਉਹਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਨਾ ਓਨਲੀ ਫॉर not for a technology everything in this I will explain there the health education finance government sector everything everywhere will be a use there economics so that was the economics is a main concept on to the today's world ਕੰਪੇਅਰ ਕਰੀਏ ਅਦਰ ਸਬਜੈਕਟਸ ਦੇ ਨਾਲ ਵੀ ਇਹਨਾਂ ਵਿੱਚ ਪ੍ਰੋਬਲਮਸ ਕੀ ਆਉਂਦੀ ਅਦਰ ਸਬਜੈਕਟਸ ਦੇ ਵਿੱਚ ਪ੍ਰੋਬਲਮ ਆਫ ਗਾਈਡੈਂਸ ਨੋ ਗਰੋਥ ਆਫ ਇੰਡੀਆ ਜੋਬਸ career problems no scope of to the abroad studies problems of to the pay scale ਇਹ ਸਾਰੀਆਂ ਪ੍ਰੋਬਲਮਸ ਜਨਰੇਟ ਹੁੰਦੀਆਂ ਨੇ ਐਸ ਕੰਪੇਅਰ ਜੇਕਰ ਅਸੀਂ ਇਕਨੋਮੀ ਨੂੰ ਸਬਜੈਕਟ ਨਹੀਂ ਲੈਂਦੇ ਤੇ ਅਸੀਂ ਕੀ ਅਦਰ ਸਬਜੈਕਟ ਚੂਜ਼ ਕਰਦੇ ਹਾਂ ਲਾਈਕ ਪੰਜਾਬੀ SST ਇਹਨਾਂ ਦੀ ਕੋਈ ਗਰੋਥ ਨਹੀਂ ਹੈ ਇਹਨਾਂ ਦੀ ਜਿਹੜੀ ਸੈਲਰੀ ਪੈਕੇਜ ਆ ਉਹ ਵੀ ਕੁਝ ਜ਼ਿਆਦਾ ਨਹੀਂ ਹੈਗਾ ਅਬਰੋਡ ਦੇ ਵਿੱਚ ਅਸੀਂ ਉਹਦੇ ਵਿੱਚ ਕੁਝ ਨਹੀਂ ਕਰ ਸਕਦੇ ਸਾਡੇ ਕਰੀਅਰ ਪ੍ਰੋਬਲਮਸ ਆਉਣਗੀਆਂ ਕਿਉਂਕਿ ਨੰਬਰ ਆਫ ਪੀਪਲਸ ਵਿਲ ਬੀ ਆਰ ਡੂਇੰਗ ਥੀਸ ਥਿੰਗਸ ਸੋ ਅਸੀਂ ਉਸ ਭੀੜ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ ਤਾਂ ਬਟ ਜੇਕਰ ਅਸੀਂ ਇਕਨੋਮਿਕਸ ਕਰਦੇ ਹਾਂ ਤਾਂ ਇਕਨੋਮਿਕਸ ਸਾਨੂੰ ਉਸ ਭੀੜ ਦੇ ਵਿੱਚੋਂ ਬਾਹਰ ਕੱਢਦੀ ਹੈ ਆਈ ਹੋਪ ਤੁਹਾਨੂੰ ਇਹਦਾ ਡਿਫਰੈਂਸ ਕਲੀਅਰ ਹੋਇਆ ਹੋਵੇਗਾ ਅਤੇ ਤੁਹਾਨੂੰ ਪਤਾ ਲੱਗਿਆ ਹੋਵੇ ਕਿ ਇਕਨੋਮਿਕਸ ਦੀ ਕਿੰਨੀ ਇੰਪੋਰਟੈਂਸ ਹੈ ਐਸ ਕੰਪੇਅਰ ਦੂਸਰੇ ਸਬਜੈਕਟਸ ਦੇ ਨਾਲ ਅੱਗੇ ਚੱਲਦੇ ਹਾਂ what is the economics ਹੁੰਦੀ ਕੀ ਆ ਸਾਨੂੰ ਕਿਉਂ ਪੜ੍ਹਨੀ ਪੈਂਦੀ ਹੈ ਇਹਦਾ ਰੀਜ਼ਨ ਕੀ ਆ ਕਦੇ ਵੀ ਜਦੋਂ ਵੀ ਅਸੀਂ ਕੋਈ ਸਬਜੈਕਟ ਸਟਾਰਟ ਕਰਦੇ ਹਾਂ ਸਾਨੂੰ ਸਭ ਤੋਂ ਪਹਿਲਾਂ ਉਸ ਦਾ ਮੀਨਿੰਗ ਪਤਾ ਹੋਣਾ ਚਾਹੀਦਾ ਵਾ ਲਾਈਕ ਹੁਣ ਤੁਸੀਂ ਕੀ ਆ 10th ਕਲਾਸ ਤੋਂ ਪਾਸ ਆਊਟ ਹੋ ਕੇ ਤੁਸੀਂ +1 ਦੇ ਵਿੱਚ ਜਾ ਰਹੇ ਹੋ ਅਤੇ ਜਦੋਂ ਤੁਸੀਂ 10th ਕਲਾਸ ਦੇ ਵਿੱਚ ਸੀਗੇ ਤੁਹਾਨੂੰ ਪਤਾ ਹੋਣਾ ਚਾਹੀਦਾ what is meaning of to the SST why will you are studying of to the SST what thing is given to me ਵੀ ਜਦੋਂ ਅਸੀਂ SST ਪੜ੍ਹਦੇ ਸੀ SST ਕੀ ਸੀ SST ਮੈਨੂੰ ਕੀ ਸਿਖਾ ਰਹੀ ਸੀ SST ਤੋਂ ਮੈਨੂੰ ਕੀ ਮਿਲ ਰਿਹਾ ਵਾ ਜੋ ਤੁਸੀਂ ਕਦੀ ਉਹਨੂੰ ਐਨਾਲਾਈਜ਼ ਕੀਤਾ ਹੋਵੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਇਕਨੋਮਿਕਸ ਜਿਹੜਾ SST ਸੀਗੀ ਉਹ ਕਈ ਪਾਰਟਸ ਦਾ ਡਿਵੀਜ਼ਨ ਸੀ ਫੋਰ ਐਗਜ਼ਾਮਪਲ ਜਿਵੇਂ ਜੀਓਗ੍ਰਾਫੀ ਹਿਸਟਰੀ ਦੈਨ ਸਵਿਕਸ ਇਕਨੋਮਿਕਸ ਥੀਸ ਆਰ ਆਲ ਪਾਰਟਸ ਆਫ ਟੂ ਦੀ SST ਬਟ ਜਦੋਂ ਹੁਣ ਤੁਸੀਂ 10th ਤੋਂ ਪਾਸ ਆਊਟ ਕਰਦੇ ਹੋ ਤਾਂ ਇਹ ਡਿਫਰੈਂਟ ਇੱਕ ਪਰਟੀਕੂਲਰ ਸਬਜੈਕਟਸ ਬਣਦੇ ਨੇ ਜਿਵੇਂ ਜੋ ਤੁਸੀਂ ਆਰਟਸ ਦੇ ਵਿੱਚੋਂ ਜੀਓਗ੍ਰਾਫੀ ਹਿਸਟਰੀ ਪੋਲੀਟੀਕਲ ਸਾਇੰਸ ਦੈਨ ਸਵਿਕਸ ਦੇ ਵੀ ਅੱਗੇ ਪਾਰਟਸ ਦੇ ਵਿੱਚ ਸੋਸ਼ੋਲੋਜੀ ਪੋਲੀਟੀਕਲ ਸਾਇੰਸ ਐਵਰੀਥਿੰਗ ਇਹਨੂੰ ਕਈ ਚੀਜ਼ਾਂ ਦੇ ਵਿੱਚ ਵੰਡਿਆ ਜਾਂਦਾ ਉਸੇ ਦਾ ਇੱਕ ਪਾਰਟ ਨਿਕਲਦੀ ਹੈ ਇਕਨੋਮਿਕਸ ਦਾ ਮੀਨਿੰਗ ਸਮਝਦੇ ਹਾਂ ਇਨ ਇਟਸ ਅ ਸਿੰਪਲ ਐਂਡ ਟੂ ਦੀ ਕਨਸੀਵਸ ਡੈਫੀਨੇਸ਼ਨ ਦੀ ਇਕਨੋਮਿਕਸ ਇਜ਼ ਦੀ ਸਟੱਡੀ ਆਫ ਟੂ ਦੀ ਹੋਲ ਸੋਸਾਇਟੀ ਯੂਜ਼ ਇਟਸ ਇੰਪੋਰਟੈਂਟ ਰਿਸੋਰਸਿਸ ਵੀ ਜਿਹੜੀ ਇਕਨੋਮਿਕਸ ਕੀ ਆ ਉਹ ਕੀ ਆ ਜਿਹੜੀ ਸਾਡੀ ਸੋਸਾਇਟੀ ਦੇ ਵਿੱਚ ਮਿਲਣ ਵਾਲੇ ਲਿਮਿਟਡ ਰਿਸੋਰਸਿਸ ਹੁਣ ਲਿਮਿਟਡ ਰਿਸੋਰਸਿਸ ਕੀ ਹੋਇਆ ਸਾਡੀ ਸੋਸਾਇਟੀ ਦੇ ਵਿੱਚ ਲਿਮਿਟਡ ਰਿਸੋਰਸਿਸ ਕੀ ਨੇ ਫਸਟ ਹੈਗਾ ਵਾ ਐਜੂਕੇਸ਼ਨ ਇਲੈਕਟ੍ਰਿਸਿਟੀਜ਼ ਰੋਡ ਬ੍ਰਿਜਿਸ ਡੈਮਸ ਐਕਸੈਕਟਰਾ ਇਹ ਸਾਰੀਆਂ ਚੀਜ਼ਾਂ ਸਾਡੀ ਜਿਹੜੇ ਇਕਨੋਮਿਕਸ ਆ ਅਤੇ ਸਾਡੀ ਜਿਹੜੀ ਉੱਥੇ ਲਿਵਿੰਗ ਆਫ ਸਟੈਂਡਰਡ ਆ ਉਹਨੂੰ ਇਫੈਕਟ ਕਰਦੀ ਹੈ ਫੋਰ ਐਗਜ਼ਾਮਪਲ ਸਾਨੂੰ ਪਤਾ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ ਪੰਜਾਬ ਤੋਂ ਪੀਪਲਸ ਅਬਰੋਡ ਕਿਉਂ ਜਾ ਰਹੇ ਨੇ ਅੱਜ ਕੱਲ੍ਹ ਯੂਥ ਜਿਹੜਾ ਵਾ ਉਹ +2 ਪਾਸ ਆਊਟ ਕਰਕੇ ਅਬਰੋਡ ਕਿਉਂ ਜਾ ਰਿਹਾ ਕੀ ਰੀਜ਼ਨ ਵਾਟ ਇਜ਼ ਰੀਜ਼ਨ ਬਿਹਾਈਂਡ ਇਟ ਜੇ ਤੁਸੀਂ ਕਦੀ ਸੋਚੋ ਵੀ ਅਸੀਂ ਕੀ ਆ ਇੱਥੇ 25-30 ਲੱਖ ਰੁਪਈਆ ਖਰਚ ਕਰਕੇ ਅਸੀਂ ਅਬਰੋਡ ਦੇ ਵਿੱਚ ਜਾ ਰਹੇ ਹਾਂ ਮੈਨੂੰ ਕੀ ਮਿਲ ਰਿਹਾ ਉੱਥੇ ਤੇ ਇੱਥੇ ਦੇ ਵਿੱਚ ਸਿਰਫ ਇੱਕ ਚੀਜ਼ ਦਾ ਫਰਕ ਆ ਸਟੈਂਡਰਡ ਆਫ ਲਿਵਿੰਗ ਵਿਚ ਇਜ਼ ਡਿਪੈਂਡ ਅਪੋਨ ਟੂ ਦੀ ਇਕਨੋਮਿਕਸ ਉੱਥੇ ਕੀ ਆ ਸਾਨੂੰ ਉਸ ਚੀਜ਼ ਦੀ ਡਾਲਰ ਮਿਲਦੇ ਆ ਅਤੇ ਡਾਲਰ ਸਾਨੂੰ ਕੀ ਆ ਉਹ ਰੁਪੀਜ਼ ਦੇ ਨਾਲੋਂ ਜ਼ਿਆਦਾ ਵਧੀਆ ਨੇ ਅਤੇ ਉੱਥੇ ਲਿਵਿੰਗ ਸਟੈਂਡਰਡ ਸਾਰੀਆਂ ਚੀਜ਼ਾਂ ਪਿਓਰਸ ਮਿਲਦੀਆਂ ਨੇ ਅਤੇ ਸਾਨੂੰ ਪ੍ਰੋਪਰ ਪੋਲਿਸੀਜ਼ ਬਣੀਆਂ ਹੋਈਆਂ ਨੇ ਤਾਂ ਇਸ ਕਰਕੇ ਅਸੀਂ ਕੀ ਆ ਉੱਥੇ ਸਾਡੇ ਕੋਲ ਕੀ ਆ ਇੱਥੇ ਲਿਮਿਟਡ ਰਿਸੋਰਸ ਆ ਬਟ ਉੱਥੇ ਕੀ ਆ ਅਨਲਿਮਿਟਡ ਰਿਸੋਰਸਿਸ ਨੇ ਅਤੇ ਸਾਨੂੰ ਉੱਥੇ ਜ਼ਿਆਦਾ ਪੈਸੇ ਮਿਲਦੇ ਆ ਤਾਂ ਕਰਕੇ ਅਸੀਂ ਉੱਥੇ ਪੜ੍ਹਨ ਜਾਂਦੇ ਹਾਂ ਤਾਂ ਉੱਥੇ ਵੀ ਅਸੀਂ ਕੀ ਸੋਚਦੇ ਹਾਂ ਹਰ ਇੱਕ ਪਰਸਨ ਕੋਈ ਵੀ ਚੀਜ਼ ਕਰਦਾ ਤਾਂ ਉੱਥੇ ਹਰੇਕ ਕਿਤੇ ਇਕਨੋਮਿਕਸ ਇਨਵੋਲਵ ਹੁੰਦੀ ਆ ਇਹ ਡਿਪੈਂਡ ਕਰਦਾ ਸਾਡੀ ਥਿੰਕਿੰਗ ਦੇ ਉੱਤੇ ਮੈਂ ਅੱਜ ਸਟੱਡੀ ਕਰ ਰਿਹਾ ਤੁਸੀਂ ਅੱਜ ਸਟੱਡੀ ਕਰ ਰਹੇ ਹੋ +1 ਕਮਰਸ ਠੀਕ ਆ ਤੁਸੀਂ ਯੂਜ਼ ਕੀਤੀ +1 ਕਮਰਸ ਜਾਂ ਆਰਟਸ ਦੇ ਵਿੱਚ ਇਕਨੋਮਿਕਸ ਲਈ ਕੀ ਸੋਚ ਕੇ ਲਿਆ ਜੇਕਰ ਮੈਂ ਸੋਚਾਂ ਮੈਂ ਕੋਈ ਵੀ ਚੀਜ਼ ਪੜ੍ਹ ਰਿਹਾ ਹਾਂ ਕਿਉਂ ਪੜ੍ਹ ਰਿਹਾ ਹਾਂ ਅਰਨਿੰਗ ਕਰਨ ਦੇ ਲਈ ਜੇਕਰ ਮੈਂ ਉਹੀ 10th ਪਾਸ ਨਾ ਹੋਵਾਂ ਜਾਂ ਮੈਂ 8th ਪਾਸ ਹੋਵਾਂ ਤਾਂ ਮੈਨੂੰ ਕੋਈ ਪਰਟੀਕੂਲਰ ਜਾਂ ਵਧੀਆ ਸਕੇਲ ਦੀ ਜੋਬਸ ਨਹੀਂ ਮਿਲ ਸਕਦੀ ਮੈਂ ਅਬਰੋਡ ਨਹੀਂ ਜਾ ਸਕਦਾ ਅਬਰੋਡ ਦੇ ਵਿੱਚ ਜਾ ਕੇ ਵਧੀਆ ਢੰਗ ਦੀ ਵਾਈਟ ਕਾਲਰ ਜੋਬ ਨਹੀਂ ਕਰ ਸਕਦਾ ਕਿਉਂ ਰੀਜ਼ਨ ਇਜ਼ ਦੈਟ ਵੀ ਆਈ ਹੈਵ no qualification related to these things so that's why we everywhere will be economics will be involved ਆਈ ਹੋਪ ਤੁਹਾਨੂੰ ਇਹ ਸਮਝ ਆ ਰਿਹਾ ਹੋਊਗਾ ਵੀ ਮੈਂ ਜਿਹੜੀ ਚੀਜ਼ ਤੁਹਾਨੂੰ ਸਮਝਾਉਣਾ ਚਾਹੁੰਦਾ ਵੀ ਇਕਨੋਮਿਕਸ ਸਾਡੀ ਸੋਚ ਦੇ ਵਿੱਚ ਸਭ ਕਿਤੇ ਆ ਫੋਰ ਐਗਜ਼ਾਮਪਲ ਵੀ ਸਾਡੇ ਕੋਲ ਇੱਕ ਕਾਰ ਸੀਗੀ ਸਾਡੇ ਕੋਲ ਇੱਕ ਬਾਈਕ ਸੀਗੀ ਮੈਂ ਕਿਹਾ ਵੀ ਬਾਈਕ ਦੇ ਵਿੱਚ ਅਸੀਂ ਪੂਰੀ ਫੈਮਿਲੀ ਨਹੀਂ ਜਾ ਸਕਦੇ ਮੈਨੂੰ ਕੀ ਇੱਕ ਕਾਰ ਚਾਹੀਦੀ ਹੈ ਹੁਣ ਮੇਰੇ ਕੋਲ ਲਿਮਿਟਡ ਪੈਸੇ ਨੇ ਤਾਂ ਮੈਂ ਕੀ ਕਰੂੰਗਾ ਸੈਕਿੰਡ ਹੈਂਡ ਕਾਰ ਲੈ ਲੂੰਗਾ ਸੈਕਿੰਡ ਹੈਂਡ ਕਾਰ ਥੋੜ੍ਹੀ ਸਸਤੀ ਪਊਗੀ ਅਤੇ ਮੇਰੀ ਪੂਰੀ ਫੈਮਿਲੀ ਆ ਸਕਦੀ ਹੈ ਮੈਨੂੰ ਨਵੀਂ ਕਾਰ ਲੈਣ ਦੀ ਲੋੜ ਨਹੀਂ ਤਾਂ ਇਸ ਦਾ ਮਤਲਬ ਕੀ ਆ ਅਸੀਂ ਹਰ ਇੱਕ ਕਿਤੇ ਕੀ ਆ ਇਕਨੋਮਿਕਸ ਯੂਜ਼ ਕਰਦੇ ਹਾਂ ਇਕਨੋਮਿਕਸ ਹੁੰਦੀ ਕੀ ਆ ਵੀ ਅਸੀਂ ਕਿਸ ਤਰੀਕੇ ਨਾਲ ਆਪਣੀ ਪੋਕਿਟਸ ਨੂੰ ਦੇਖ ਕੇ ਆਪਣੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰ ਲੈਣਾ ਅੱਗੇ ਕਰਦੇ ਹਾਂ ਇਹਦੇ ਵਿੱਚ ਜਿਵੇਂ ਇਕਨੋਮਿਕਸ ਇਜ਼ ਅ ਸੋਸ਼ਲ ਸਾਇੰਸ ਦੈਟਸ ਡੀਲ ਵਿਦ ਟੂ ਦੀ ਪ੍ਰੋਡਕਸ਼ਨ ਡਿਸਟਰੀਬਿਊਸ਼ਨਸ ਕੰਜ਼ੰਪਸ਼ਨਸ
of their goods and services. The economics focus upon to the heavily of to the four factors of to their production, that which is the land, labor, capital and enterprises. So these four are to the integrants of to the make up to the economic activity for their worlds today, and each to the study individually. ਹੁਣ ਅਸੀਂ ਕੀ ਆ ਵੀ ਮੈਂ ਤੁਹਾਨੂੰ ਹੁਣ ਇਹਦੇ ਵਿੱਚ ਬ੍ਰੌਡਲੀ ਦੱਸ ਰਿਹਾ ਵੀ ਕੀ ਹੁੰਦਾ ਵੀ ਜਿਹੜੀ ਸਾਡੀ ਇਕਨੋਮਿਕਸ ਆ ਉਹ ਸਾਡੀ ਸੋਸ਼ਲ ਸਾਇੰਸ ਦੇ ਵਿੱਚ ਆ। ਸੋਸ਼ਲ ਸਾਇੰਸ ਕੀ ਆ, ਮੇਰੇ ਕੋਲ ਜੇਕਰ ਪੈਸੇ ਹੋਣਗੇ ਤਾਂ ਮੈਂ ਉਹਨੂੰ ਕੀ ਆ ਕਿਤੇ ਵੀ ਡਿਸਟਰੀਬਿਊਟ ਕਰ ਸਕਦਾ। ਜਿਵੇਂ ਕਿ ਹੁਣ ਮੈਂ ਪੈਸੇ ਅਰਨ ਕਰਕੇ ਆਇਆ ਤਾਂ ਮੈਂ ਆਪਣੇ ਮੰਮਾ ਨੂੰ ਦਿੱਤੇ, ਮੰਮਾ ਨੇ ਅੱਗੇ ਕੀ ਕੀਤਾ ਸਾਡੀ ਕੰਜ਼ੰਪਸ਼ਨ ਦੇਖੀ ਵੀ ਅਸੀਂ ਕੀ ਖਾਂਦੇ ਹਾਂ, ਕੀ ਪੀਂਦੇ ਹਾਂ, ਕਿਹੜੇ ਬੱਚੇ ਨੂੰ ਕਿਹੜੀ ਚੀਜ਼ਾਂ ਚਾਹੀਦੀਆਂ ਨੇ। ਤਾਂ ਸਾਡੇ ਘਰ ਦੇ ਵਿੱਚ ਵੀ ਇਕਨੋਮਿਕਸ ਸਟਾਰਟ ਹੁੰਦੀ ਹੈ। ਇਕਨੋਮਿਕਸ ਛੋਟੇ ਲੈਵਲ ਤੋਂ ਜੋ ਦੇਖਿਆ ਜਾਵੇ ਤਾਂ ਸਾਡੇ ਫੈਮਿਲੀ ਤੋਂ ਸਟਾਰਟ ਹੋ ਕੇ ਵੱਡੇ ਲੈਵਲ ਦੇ ਉੱਤੇ ਜਾਈਏ ਤਾਂ ਇੱਕ ਕੰਟਰੀ ਦਾ ਜਿਹੜਾ ਫਾਈਨੈਂਸ ਮਿਨਿਸਟਰ ਆ ਉਸ ਚੀਜ਼ ਨੂੰ ਡਿਸਾਈਡ ਕਰਦਾ ਵਾ। ਤਾਂ ਛੋਟੇ ਲੈਵਲ ਤੋਂ ਸ਼ੁਰੂ ਹੋ ਕੇ ਵੱਡੇ ਤੱਕ ਜਾਂਦੀ ਹੈ। ਅਤੇ ਇਕਨੋਮਿਕਸ ਨੂੰ ਇਫੈਕਟ ਕਰਨ ਵਾਲੇ 4 ਫੈਕਟਰ ਹੁੰਦੇ ਆ ਪ੍ਰੋਡਕਸ਼ਨ ਦੇ। ਹੁਣ ਪ੍ਰੋਡਕਸ਼ਨ ਹੋਣੀ ਬਹੁਤ ਜ਼ਰੂਰੀ ਹੈ। ਪ੍ਰੋਡਕਸ਼ਨ ਕਿੱਦਾਂ, ਹੁਣ ਤੁਹਾਨੂੰ ਪ੍ਰੋਡਕਸ਼ਨ ਦਾ ਇੱਕ ਮੀਨਿੰਗ ਦੱਸਦਾ ਵੀ ਪ੍ਰੋਡਕਸ਼ਨ ਹੁੰਦੀ ਕੀ ਹੈ ਜਾਂ ਕੀ ਹੁੰਦਾ ਵਾ। ਤੁਸੀਂ ਹੁਣੀ ਸੁਣਿਆ ਹੋਣਾ ਵੀ ਕੋਵਿਡ-19 ਕਰਕੇ ਵੀ ਸਾਡੇ 2 ਚੀਜ਼ਾਂ ਦੀ ਬਹੁਤ ਜ਼ਿਆਦਾ ਸਕ੍ਰਿਸਿਟੀ ਆਈ। ਫਸਟ ਇਜ਼ ਸੈਨੀਟਾਈਜ਼ਰ, ਸੈਕਿੰਡ ਵਨਸ ਟੂ ਦੀ ਮਾਸਕ ਐਂਡ ਥਰਡ ਵਨ ਇਜ਼ ਟੂ ਦੀ PPT ਕਿਟਸ ਵਿਚ ਇਜ਼ ਪ੍ਰੋਵਾਈਡਡ ਟੂ ਦੀ ਡਾਕਟਰ ਰਿਗਾਰਡਿੰਗ ਟੂ ਦੀ ਟ੍ਰੀਟਮੈਂਟ ਆਫ ਟੂ ਦੀ ਕੋਵਿਡ-19। ਇਸ ਚੀਜ਼ਾਂ ਦੀ ਪ੍ਰੋਬਲਮਸ ਆਈ। ਪ੍ਰੋਬਲਮ ਕਿਉਂ ਆਈ? ਡਿਮਾਂਡ ਵਧੀ, ਉਹਦੀ ਇੱਕਦਮ ਮੰਗ ਵਧ ਗਈ। ਕਿਉਂਕਿ ਹੁਣ ਜੋ ਕੋਵਿਡ-19 ਆਇਆ ਤਾਂ ਤੁਸੀਂ ਦੇਖਣਾ ਹੋਣਾ ਸੈਨੀਟਾਈਜ਼ਰ ਯੂਜ਼ ਕਰੋ, ਮਾਸਕ ਲੈ ਕੇ ਆਓ। ਮਾਸਕ ਦੇ ਪਹਿਲਾਂ ਜਿਹੜੇ ਅਸੀਂ ਕਿਸੇ ਚੀਜ਼ ਨੂੰ ਮਾਸਕ ਨੂੰ ਕੋਈ ਪੁੱਛਦਾ ਵੀ ਨਹੀਂ ਸੀ, ਸੈਨੀਟਾਈਜ਼ਰ ਨੂੰ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ। ਅੱਜ ਉਹ ਸੈਨੀਟਾਈਜ਼ਰ ਵਰਲਡ ਲੈਵਲ ਦੇ ਉੱਤੇ ਕੀ ਆ ਡਿਸਕਲੋਜ਼ ਹੋ ਚੁੱਕਿਆ। ਸਾਰਿਆਂ ਨੂੰ ਪਤਾ ਵੀ ਸਾਨੂੰ ਸੈਨੀਟਾਈਜ਼ਰ ਚਾਹੀਦਾ ਵਾ ਜੇਕਰ ਅਸੀਂ ਕਿਤੇ ਵੀ ਜਾਣਾ ਵਾ। ਸਾਨੂੰ ਅੱਜ ਵੀ ਜੋ ਅਸੀਂ ਜਿਵੇਂ ਅਸੀਂ ਸਕੂਲ ਦੇ ਵਿੱਚ ਜੋ ਕਿਤੇ ਐਡਮਿਸ਼ਨਸ ਹੋ ਰਹੀਆਂ ਨੇ ਤਾਂ ਉਹ ਵੀ ਕੀ ਆ ਸੈਨੀਟਾਈਜ਼ ਕਰਦੇ ਨੇ। ਤਾਂ ਇਹ ਸਾਰੀਆਂ ਚੀਜ਼ਾਂ ਕੀ ਨੇ ਉਹਦੀਆਂ ਡਿਪੈਂਡ ਕਰਦੀਆਂ ਨੇ ਉਹਦੇ ਪ੍ਰੋਡਕਸ਼ਨ ਦੇ ਉੱਤੇ। ਜਿੰਨੀ ਪ੍ਰੋਡਕਸ਼ਨ ਉਹਦੀ ਵਧੂਗੀ ਤਾਂ ਉਹਦਾ ਪ੍ਰਾਈਸ ਕੀ ਆ ਉਸ ਹਿਸਾਬ ਨਾਲ ਘੱਟ ਜਾਂਦਾ ਵਾ। ਹੁਣ ਜੋ ਅੱਜ ਦੇ ਟਾਈਮ ਦੇ ਵਿੱਚ ਦੇਖੀ ਜਾਵੇ ਤਾਂ ਸੈਨੀਟਾਈਜ਼ਰ ਅਤੇ ਮਾਸਕ ਈਜ਼ੀਲੀ ਅਵੇਲੇਬਲ ਨੇ ਤਾਂ ਹੁਣ ਉਹਨਾਂ ਦਾ ਪ੍ਰਾਈਸ ਕੀ ਆ ਡਾਊਨ ਆ। ਬਟ ਜਦੋਂ ਕੋਵਿਡ-19 ਆਇਆ ਸੀ ਤਾਂ ਉਹਦੇ ਪ੍ਰਾਈਸ ਇੱਕਦਮ ਆਸਮਾਨ ਛੂਹਣ ਲੱਗ ਗਏ ਸੀਗੇ ਅਤੇ ਉਹਦੀ ਡੁਪਲੀਕੇਸੀ ਵੀ ਵੱਧ ਚੁੱਕੀ ਸੀਗੀ। ਤਾਂ ਪ੍ਰੋਡਕਸ਼ਨ ਨੂੰ ਡਿਪੈਂਡ ਕਰਦੇ ਨੇ ਉਹ 4 ਸੈਕਟਰ ਦੇ ਉੱਤੇ। ਹੁਣ ਅਸੀਂ ਉਹ ਸੈਕਟਰਸ ਦੇ ਬਾਰੇ ਗੱਲ ਕਰਾਂਗੇ ਵੀ ਉਹ ਸੈਕਟਰ ਕਿਹੜੇ ਹੁੰਦੇ ਆ। ਸੌਰੀ ਇੱਕ ਸਲਾਈਡ ਅੱਗੇ ਚਲਾ ਗਿਆ। ਅਤੇ ਅਸੀਂ ਜਿਹੜਾ ਇਹਦੇ 4 ਫੈਕਟਰਸ ਅਸੀਂ ਪੜ੍ਹਿਆ ਲੇਬਰ ਕੀ ਆ। ਹੁਣ ਇੱਕ ਬੰਦਾ ਕੰਮ ਕਰਨਾ ਬਹੁਤ ਜ਼ਰੂਰੀ ਹੈ। ਪ੍ਰੋਡਕਸ਼ਨ ਇਕੱਲੇ ਬੰਦੇ ਦਾ ਰੋਗ ਨਹੀਂ ਹੈਗਾ, ਸਾਨੂੰ ਯਾਨੀ ਕਿ ਨੰਬਰ ਆਫ ਪੀਪਲਸ ਚਾਹੀਦੇ ਉਸ ਚੀਜ਼ ਨੂੰ ਪਰਫੋਰਮ ਕਰਨ ਦੇ ਲਈ। ਲਾਈਕ ਇਨ ਅ ਸਕੂਲ the school have been only not for operated by the only principal, it is operated by with the help of to their teachers. Number of teachers are required to be taught to the all students, so they will be gaining their knowledges. So labor will be required for doing anything. Then capital means ਕੀ ਹੁੰਦਾ? ਪੈਸੇ। ਜੇਕਰ ਕੋਈ ਵੀ ਚੀਜ਼ ਕਰਨੀ ਹੈ ਅਸੀਂ ਲਾਈਫ ਦੇ ਵਿੱਚ ਕੁਛ ਵੀ ਕਰਨਾ ਵਾ ਤਾਂ ਸਾਨੂੰ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰੀ ਆ। ਤਾਂ ਪ੍ਰੋਡਕਸ਼ਨ ਕਰਨ ਦੇ ਲਈ ਵੀ ਤਾਂ ਤੁਹਾਨੂੰ ਕੀ ਆ ਪੈਸੇ ਦੀ ਲੋੜ ਪਏਗੀ। ਨੈਕਸਟ ਹੈਗਾ ਲੈਂਡ। ਹੁਣ ਜੇਕਰ ਕੋਈ ਜਗ੍ਹਾ ਹੀ ਨਾ ਹੋਈ ਤਾਂ ਅਸੀਂ ਰਸਤੇ ਜਾਂ ਹਵਾ ਦੇ ਵਿੱਚ ਥੋੜ੍ਹਾ ਕੋਈ ਚੀਜ਼ ਪ੍ਰੋਡਕਸ਼ਨ ਕਰ ਸਕਦੇ ਹਾਂ। ਠੀਕ ਹੈ ਜੀ। ਜਿਵੇਂ ਕੋਈ ਫੈਕਟਰੀਜ਼ ਆ ਤਾਂ ਫੈਕਟਰੀ ਦੀ ਸੈਟਅਪ ਕਰਨ ਦੇ ਲਈ ਸਾਨੂੰ ਇੱਕ ਲੈਂਡ ਚਾਹੀਦੀ ਹੈ। ਲੈਂਡ ਦੇ ਉੱਤੇ ਹੀ ਲੇਬਰ ਵਰਕ ਕਰੇਗੀ ਅਤੇ ਉੱਥੇ ਹੀ ਪੈਸਾ ਲਾਇਆ ਜਾਵੇਗਾ। ਨੈਕਸਟ ਹੈਗਾ ਐਂਟਰਪ੍ਰਾਈਜ਼ਿਸ। ਜਦੋਂ ਸਾਰੀਆਂ ਇਹ 3 ਚੀਜ਼ਾਂ ਵਰਕ ਕਰਨ ਲੱਗ ਜਾਂਦੀਆਂ ਤਾਂ ਉਹਦਾ ਇੱਕ ਨਾਮ ਬਣ ਕੇ ਆ ਜਾਂਦਾ। ਫੋਰ ਐਗਜ਼ਾਮਪਲ ਕੈਮਬਰਿਜ ਮਾਡਰਨ ਸਕੂਲ ਐਂਡ ਅਦਰ ਇਜ਼ ਟੂ ਦ ਸੇਗਾ ਕੰਪਨੀ। ਸੋ ਦਿਸ ਇਜ਼ depends upon to the these 3 factors labor, capital and land. After that we are making it number 1 brand. ਠੀਕ ਹੈ। ਨੈਕਸਟ ਅਸੀਂ ਹੁਣ ਗੱਲ ਕਰਦੇ ਹਾਂ ਵੀ ਇਕਨੋਮਿਕਸ ਜਿਹੜੀ ਆ। ਹੁਣ ਪਤਾ ਲੱਗਿਆ ਸਾਨੂੰ ਇਕਨੋਮਿਕਸ ਕੀ ਹੁੰਦੀ ਹੈ। ਇਕਨੋਮਿਕਸ ਸਾਡੇ ਛੋਟੇ ਘਰ ਤੋਂ ਸਟਾਰਟ ਹੁੰਦੀ ਹੈ ਜਿਹਦੇ ਵਿੱਚ ਅਸੀਂ ਕੀ ਹੈ ਇੱਕ ਖਰਚਾ ਕਿੰਨਾ ਕਰ ਰਹੇ ਹਾਂ, ਸਾਡੇ ਕੋਲ ਕਿੰਨੀ ਆਮਦਨ ਹੈ, ਕਿੰਨੀ ਬਚਾ ਰਹੇ ਹਾਂ ਅਤੇ ਕੀ ਕੁਛ ਅਰਨ ਕਰ ਰਹੇ ਹਾਂ ਅਤੇ ਉਹ ਪੈਸੇ ਨੂੰ ਅਸੀਂ ਕਿੱਥੇ ਲਗਾਵਾਂਗੇ, ਇਹਨੂੰ ਅਸੀਂ ਇਕਨੋਮਿਕਸ ਕਹਿੰਦੇ ਹਾਂ। ਇਕਨੋਮਿਕਸ ਨੂੰ ਜਿਹੜਾ ਵਾ ਅਸੀਂ 2 ਪਾਰਟਸ ਦੇ ਵਿੱਚ ਵੰਡਿਆ ਵਾ, ਮੈਕਰੋ ਐਂਡ ਮਾਈਕਰੋ। ਮੈਕਰੋ ਆਈ ਵਾਲੀ ਅਤੇ ਮੈਕਰੋ ਏ ਵਾਲੀ। ਮਤਲਬ ਕੀ ਹੋਇਆ ਇਹਨਾਂ ਬਾਰੇ ਅਸੀਂ ਡਿਸਕਸ ਕਰਾਂਗੇ। ਯਾਦ ਰੱਖਣਾ ਵੀ ਜਿਹੜੀ ਸਾਡੀ ਇਕਨੋਮਿਕਸ ਆ ਉਹ ਸਿਰਫ 2 ਪਾਰਟਸ ਦੇ ਵਿੱਚ ਜਿਹੜੇ ਮੇਨ 2 ਇੰਪੋਰਟੈਂਸ ਪਾਰਟ ਨੇ ਉਹਨਾਂ ਉੱਤੇ ਗੱਲ ਕਰਦੇ ਹਾਂ। ਮੈਕਰੋ ਇਕਨੋਮਿਕਸ ਦੀ। ਮੈਕਰੋ ਇਕਨੋਮਿਕਸ ਕੀ ਹੁੰਦੀ ਹੈ? Macro economics is takes to the big picture view of to the entire economy, including to the examine the rules of and the relation between to the corporations, government and to the households and different parts of to the market such as to the financial market and labor market. Microeconomics ਕੀ ਹੋਇਆ? Microeconomics it's depend upon to the one state, one particular area, one particular of country that is called to the microeconomics. ਇਹ ਕੀ ਆ ਇੱਕ ਪਰਟੀਕੂਲਰ ਏਰੀਆ ਦੀ। ਹੁਣ ਇਹਦੇ ਵਿੱਚ ਅਸੀਂ ਇਕੱਲੇ ਬੰਦੇ ਦੀ ਨਹੀਂ ਇਨਕਮ ਦੀ ਗੱਲ ਕਰਦੇ। ਜਿਵੇਂ ਹੁਣ ਅਸੀਂ ਕੀ ਆ, ਮੈਂ ਕੀ ਇੱਕ ਛੋਟੇ ਜਿਹੇ ਟਾਊਨ ਦੇ ਵਿੱਚ ਰਹਿ ਰਿਹਾ, ਨਾਮ ਕੀ ਉਹਦਾ ਮਲੌਦ ਆ। ਮਲੌਦ ਦੀ ਜਿਹੜੀ ਇਨਕਮ ਜਨਰੇਟ ਹੋਏਗੀ ਉਹਨੂੰ ਕੌਣ ਕਲੈਕਟ ਕਰ ਰਿਹਾ? ਸਾਡੇ ਇੱਥੇ ਕੀ ਆ ਨਗਰ ਪੰਚਾਇਤ ਆ।
ਹਰ ਇੱਕ ਪਿੰਡਾਂ ਦੇ ਵਿੱਚ ਇੱਕ ਪੰਚਾਇਤ ਹੁੰਦੀ ਹੈ ਜਿਹੜੀ ਕਿ ਉਹ ਪੈਸੇ ਇਕੱਠੇ ਕਰਕੇ ਉਹ ਕੀ ਆ ਹਰੇਕ ਕੰਮਾਂ ਦੇ ਉੱਤੇ ਲਾਉਂਦੀ ਆ, ਅਤੇ ਉਹਨੇ ਹੀ ਸਾਰੇ ਸਰਵੇ ਕਰਕੇ ਦੱਸਣਾ ਵੀ ਸਾਡੇ ਵਿੱਚ ਕਿੰਨੇ ਲੋਕ ਕੀ ਨੇ ਮਨਰੇਗਾ ਸਕੀਮਸ ਦੇ ਵਿੱਚ ਲੱਗੇ ਹੋਏ ਨੇ, ਅਤੇ ਅਸੀਂ ਕਿਹੜੇ ਹੋਰ ਡਿਵੈਲਪਮੈਂਟ ਦੇ ਵਰਕ ਕਰਦੇ ਹਾਂ, ਅਤੇ ਉਹਦੇ ਅਕੋਰਡਿੰਗ ਸਾਨੂੰ ਕਿੱਥੋਂ ਕਿੱਥੋਂ ਪੈਸਾ ਆ ਰਿਹਾ, ਇਹ ਵੀ ਸਾਰੀ ਚੀਜ਼ਾਂ ਜਿਹੜੀਆਂ ਦੱਸੀਆਂ ਜਾਂਦੀਆਂ ਨੇ। ਉਹ ਕੀ ਆ ਮਾਈਕਰੋ ਇਕਨੋਮਿਕਸ ਬਣਦੀ ਆ। ਮਾਈਕਰੋ ਇਕਨੋਮਿਕਸ ਕੀ ਹੈ, ਇੱਕ ਵਾਈਡਰ ਕਨਸੈਪਟ ਆ ਜਿਹਦੇ ਵਿੱਚ ਅਸੀਂ ਇਕੱਲੇ ਬੰਦੇ ਦੀ ਸਾਰੀ ਇਨਕਮਾਂ ਨੂੰ ਜੋੜ ਲੈਂਦੇ ਹਾਂ ਤਾਂ ਉਹ ਕੀ ਬਣ ਜਾਂਦੀ ਹੈ, ਇੱਕ ਵੱਡੀ ਇਕੋਨਮੀ ਬਣ ਜਾਂਦੀ, ਉਹਨੂੰ ਕੀ ਕਹਿੰਦਾ ਮਾਈਕਰੋ ਇਕਨੋਮਿਕਸ ਕਿਹਾ ਜਾਂਦਾ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਇਹਦੀ ਸਟੱਡੀ ਦੇ ਲਈ ਮੈਂ ਇੱਕ ਪਿਕਚਰ ਵੀ ਤੁਹਾਡੇ ਲਈ ਬਣਾਈ ਆ। ਦੇਖੋ, ਸਟੱਡੀ ਆਫ ਟੂ ਦੀ ਇਕੋਨਮੀ ਐਜ਼ ਏ ਹੋਲ ਵੀ ਇਹ ਇਕੋਨਮੀ ਦੇ ਵਿੱਚ ਪੂਰੀ ਚੀਜ਼ਾਂ ਦੀ ਗੱਲ ਕੀਤੀ ਜਾਂਦੀ ਹੈ, ਬਿਗ ਪਿਕਚਰ ਹੁੰਦੀ ਆ, ਠੀਕ ਹੈ ਜੀ। ਇਹਦੇ ਵਿੱਚ ਕੀ ਹੈ, ਇਨਫਲੇਸ਼ਨ ਆਏਗਾ, ਨੈਸ਼ਨਲ ਇਨਕਮ ਆਏਗੀ, ਰੀਜਨਲ ਇਨਕਮ ਆਏਗੀ, ਗਲੋਬਲ ਇਕੋਨਮਿਕਸ ਆਏਗੀਆਂ, ਨੈਸ਼ਨਲ ਇਨਕਮ, ਅਨਇੰਪਲੋਇਮੈਂਟ, ਇਹ ਸਾਰੀਆਂ ਚੀਜ਼ਾਂ ਆਉਣਗੀਆਂ। ਜੇਕਰ ਮੈਂ ਇਹਦੀ ਇਕੱਲੇ ਦੀ ਗੱਲ ਆਪਾਂ ਨੈਕਸਟ ਸੈਸ਼ਨ ਦੇ ਵਿੱਚ ਇਹਦੀ ਪ੍ਰੋਪਰ ਗੱਲ ਕਰਾਂਗੇ, ਬਟ ਫਿਰ ਵੀ ਮੈਂ ਥੋੜ੍ਹੇ ਜਿਹੇ ਟਰਮਸ ਦੱਸਣਾ ਚਾਹੁੰਦਾ। ਇਨਫਲੇਸ਼ਨ ਦਾ ਮਤਲਬ ਕੀ ਆ, ਹੁਣੇ ਆਪਾਂ ਗੱਲ ਕੀਤੀ ਸੀ ਮਾਸਕ ਅਤੇ ਸੈਨੀਟਾਈਜ਼ਰ ਦੀ। ਮੈਂ ਹੁਣ ਕੀ ਕਿਹਾ ਵੀ ਇਹਨਾਂ ਦੀ ਸ਼ਾਰਟੇਜ ਹੋ ਗਈ ਸੀ, ਪ੍ਰੋਡਕਸ਼ਨ ਘਟਣ ਦੇ ਕਰਕੇ ਇੱਕਦਮ ਇਹਦੇ ਉੱਤੇ ਬੂਮ ਆਇਆ, ਤਾਂ ਇਹਦੇ ਪ੍ਰਾਈਸਿਸ ਕੀ ਹੋ ਗਏ, ਵੱਧ ਗਏ ਇੱਕਦਮ। ਜਿਹੜਾ ਸਾਨੂੰ ਸੈਨੀਟਾਈਜ਼ਰ ਕੱਲ੍ਹ ਨੂੰ ਕੋਈ ਪੁੱਛਦਾ ਨਹੀਂ ਸੀਗਾ, ਜਿਹੜਾ 10 ਰੁਪਏ ਦਾ ਸੀਗਾ ਉਹ ਵੀ ਅੱਜ ਕੱਲ੍ਹ 100 ਰੁਪਏ ਦਾ ਵਿਕਿਆ। ਉਹਦਾ ਮਤਲਬ ਕੀ ਹੋਇਆ, ਇਨਫਲੇਸ਼ਨ ਕਦੋਂ ਆਉਂਦਾ? ਇਨਫਲੇਸ਼ਨ ਦਾ ਮਤਲਬ ਹੁੰਦਾ ਇਨਕਰੀਜ਼ ਇਨ ਪ੍ਰਾਈਸਿਸ ਇਨ ਅ ਸਰਟਨ ਟਾਈਮ, ਇਨ ਅ few shortest time of there will be a only lack of to the production, so that's why the price of the goods will be increased, that is called to the inflation। ਵੀ ਜਦੋਂ ਸਾਡਾ ਕੀ ਆ ਪ੍ਰਾਈਸ ਜਿਹੜਾ ਵਾ ਕਿਸੇ ਚੀਜ਼ ਦਾ ਵੱਧ ਜਾਂਦਾ ਵਾ ਇੱਕਦਮ ਅਤੇ ਉਹਦੀ ਪ੍ਰੋਡਕਸ਼ਨ ਘੱਟ ਹੋਵੇ, ਇਹਨੂੰ ਇਨਫਲੇਸ਼ਨ ਕਿਹਾ ਜਾਂਦਾ ਵਾ, ਠੀਕ ਹੈ। ਡਿਫਲੇਸ਼ਨ ਕੀ ਹੁੰਦਾ ਵੀ ਪ੍ਰਾਈਸ ਦਾ ਘੱਟ ਜਾਣਾ, ਠੀਕ ਹੈ ਜੀ। ਉਹ ਕਿਉਂਕਿ ਪ੍ਰੋਡਕਸ਼ਨ ਜ਼ਿਆਦਾ ਸੀ ਅਤੇ ਉਸ ਚੀਜ਼ ਦੀ ਡਿਮਾਂਡ ਲੋਕਾਂ ਨੇ ਘੱਟ ਕੀਤੀ, ਤਾਂ ਕਰਕੇ ਉਹਦੇ ਵਿੱਚ ਡਿਫਲੇਸ਼ਨ ਆ ਗਿਆ। ਫੋਰ ਐਗਜ਼ਾਮਪਲਸ ਕੀ ਸੀਗੇ, ਆਇਲਸ, ਤੁਸੀਂ ਸੁਣਿਆ ਹੋਣਾ ਵੀ ਜਿਹੜਾ ਆਇਲ ਦਾ ਪ੍ਰਾਈਸ ਆ, ਪੈਟਰੋਲ ਡੀਜ਼ਲ ਦਾ, ਉਹ ਘਟ ਗਿਆ ਕਿਉਂਕਿ ਜਿਹੜਾ ਗਲੋਬਲੀ ਸੀਗਾ ਸਾਰੀਆਂ ਚੀਜ਼ਾਂ ਲੋਕਡਾਊਨ ਕਰਕੇ ਸਭ ਚੀਜ਼ਾਂ ਬੰਦ ਸੀਗੀਆਂ, ਤਾਂ ਇਸ ਕਰਕੇ ਜਿਹੜਾ ਡਿਮਾਂਡ ਸੀਗੀ ਉਹਦੀ ਡੀਜ਼ਲ ਪੈਟਰੋਲ ਦੀ ਉਹ ਘਟ ਚੁੱਕੀ ਸੀਗੀ, ਤਾਂ ਕਰਕੇ ਉਹਦੇ ਪ੍ਰਾਈਸਿਸ ਕੀ ਨੇ ਉਹ ਹਮੇਸ਼ਾ ਡਿੱਗਦੇ ਗਏ। ਨਾਓ ਹੁਣ ਅਸੀਂ ਗੱਲ ਕਰਦੇ ਹਾਂ ਮੈਕਰੋ ਇਕਨੋਮਿਕਸ ਦੀ। ਮੈਕਰੋ ਇਕਨੋਮਿਕਸ ਕੀ ਹੁੰਦੀ ਹੈ? ਮੈਕਰੋ ਇਕਨੋਮਿਕਸ ਇਜ਼ ਦੀ ਐਨਾਲਾਈਸਿਸ ਆਫ ਦੀ ਮਾਰਕੀਟ ਮੈਕੈਨਿਜ਼ਮ ਦੈਟ ਸਟੈਬਲਿਸ਼ ਦੀ relative price amongst to the goods and services and allocate to the limited resources amongst to the alternative use. The macro shows to the condition under the free market leads to the desirable allocations. It is also to the analysis the market failure whereas to the market fail to produce sufficient result। ਮਾਈਕਰੋ ਇਕਨੋਮਿਕਸ ਕੀ ਹੁੰਦੀ ਆ? ਮਾਈਕਰੋ ਇਕਨੋਮਿਕਸ ਉਹ ਚੀਜ਼ ਹੁੰਦੀ ਹੈ ਜਿਹਦੇ ਵਿੱਚ ਅਸੀਂ ਰੈਲੇਟਿਵ ਪ੍ਰਾਈਸ ਦੀ ਗੱਲ ਕਰਦੇ ਹਾਂ ਆਫ ਗੁੱਡਸ ਐਂਡ ਸਰਵਿਸਿਜ਼। ਹੁਣ ਇਹਦੇ ਵਿੱਚ ਕੀ ਹੁੰਦਾ, ਇੱਕ ਪਰਟੀਕੂਲਰ ਏਰੀਆ ਦੀ ਗੱਲ ਕੀਤੀ ਜਾਂਦੀ ਹੁੰਦੀ ਹੈ। ਪਰਟੀਕੂਲਰ ਏਰੀਆ ਇਕੱਲੇ ਬੰਦੇ ਦੀ ਗੱਲ ਕੀਤੀ ਜਾਊਗੀ, ਇਕੱਲੀ ਸ਼ਾਪ ਦੀ ਗੱਲ ਕੀਤੀ ਜਾਊ, ਜਾਂ ਇੱਕ ਪਰਟੀਕੂਲਰ ਜਿਹੜਾ ਏਰੀਆ ਵਾ ਉੱਥੇ ਦੀ ਇਨਕਮ ਦੇ ਬਾਰੇ ਗੱਲ ਕੀਤੀ ਜਾਊਗੀ, ਅਤੇ ਉੱਥੇ ਕਿਸ ਤਰੀਕੇ ਨਾਲ ਜਿਹੜਾ ਮਾਰਕੀਟ ਕਿਹੜੀਆਂ ਚੀਜ਼ਾਂ ਦੇ ਵਿੱਚ ਇਫੈਕਟ ਕਰਦਾ ਵਾ, ਕਿਹੜੀਆਂ ਚੀਜ਼ਾਂ ਨਹੀਂ ਇਫੈਕਟ ਕਰਦੀਆਂ। ਜਿਵੇਂ ਕਿ ਲੋਕਡਾਊਨ ਹੋਇਆ ਤਾਂ ਲੋਕਡਾਊਨ ਦੇ ਵਿੱਚ ਸਭ ਤੋਂ ਜ਼ਿਆਦਾ ਇਫੈਕਟ ਕਿਹਦੇ ਉੱਤੇ ਪਿਆ? ਸਭ ਤੋਂ ਜ਼ਿਆਦਾ ਜਿਹੜਾ ਇਫੈਕਟ ਪਿਆ ਉਹ ਸਕੂਲ, ਕਾਲਜਿਸ, ਠੀਕ ਹੈ ਜੀ, ਅਤੇ ਜਿਹੜੀਆਂ ਛੋਟੇ ਦਰਜੇ ਦੀਆਂ ਜਿਹੜੀਆਂ ਸ਼ੌਪ ਸੀਗੀਆਂ ਉਹਨਾਂ ਨੂੰ ਇਫੈਕਟ ਪਿਆ। ਅਤੇ ਕਿੰਨਾਂ ਨੂੰ ਜ਼ਿਆਦਾ ਇਨਕਮ ਜਨਰੇਟ ਹੋਈ? ਡਾਕਟਰੀ ਫੈਸਿਲਿਟੀਜ਼ ਯਾਨੀ ਕਿ ਕੈਮਿਸਟ ਸ਼ੌਪ, ਅਤੇ ਐਜ਼ ਵੈਲ ਐਜ਼ ਕਿਹੜੀਆਂ ਸੀਗੀਆਂ ਸਾਡੇ ਕਰਿਆਨੇ ਦੀਆਂ ਜਿਹੜੀਆਂ ਸ਼ੌਪ ਸੀਗੀਆਂ, ਤਾਂ ਉਹਨਾਂ ਉੱਤੇ ਯਾਨੀ ਕਿ ਜਨਰਲ ਸਟੋਰਸ, ਇਹਨਾਂ ਦੇ ਉੱਤੇ ਕੀ ਸੀਗਾ ਸਭ ਤੋਂ ਜ਼ਿਆਦਾ ਇਨਕਮ ਜਨਰੇਟ ਕੀਤੀ। ਤਾਂ ਇਹ ਕੀ ਨੇ, ਕੁਛ ਚੀਜ਼ਾਂ ਨੇ ਜਿਹੜੀਆਂ ਸਾਡੀ ਇਕੋਨਮੀ ਨੂੰ ਇਫੈਕਟ ਕਰਦੀਆਂ ਨੇ। ਹੁਣ ਇਹਦੇ ਵਿੱਚ ਅਸੀਂ ਸਿਰਫ ਇੰਡੀਵਿਜੂਅਲ ਪਰਸਨਸ ਦੀ ਗੱਲ ਕਰਾਂਗੇ ਅਤੇ ਇੰਡੀਵਿਜੂਅਲ ਮਾਰਕੀਟ ਦੀ ਗੱਲ ਕਰਾਂਗੇ, ਅਤੇ ਇਹ ਤੋਂ ਹੀ ਸਾਨੂੰ ਪਤਾ ਲੱਗਦਾ ਵੀ ਇੱਕ ਮਾਰਕੀਟ ਦੇ ਵਿੱਚ ਪ੍ਰਾਈਸ ਕਿਵੇਂ ਜਨਰੇਟ ਹੁੰਦਾ ਵਾ। ਆਈ ਹੋਪ ਤੁਹਾਨੂੰ ਇਹ ਦੋਹੀ ਕਲੀਅਰ ਹੋ ਗਏ ਹੋਣਗੇ। ਇਹਦੀ ਇੱਕ ਮੈਂ ਤੁਹਾਡੇ ਸਾਹਮਣੇ ਇੱਕ ਪਿਕਚਰ ਜਨਰੇਟ ਕੀਤੀ ਆ, ਅਤੇ ਇਹਦੇ ਬਾਰੇ ਵੀ ਅਸੀਂ ਡਿਸਕਸ ਫੇਰ ਕਰਾਂਗੇ, ਅਤੇ ਇਹਦੇ ਵਿੱਚ ਮੈਂ ਤੁਹਾਨੂੰ ਪੂਰਾ ਐਕਸਪਲੇਨ ਵੀ ਕਰਾਂਗਾ। ਫਿਰ ਵੀ ਤੁਹਾਨੂੰ ਦੱਸ ਦਿੰਦਾ ਵੀ ਜਿਹੜਾ ਮਾਈਕਰੋ ਇਕਨੋਮਿਕਸ ਹੁੰਦੀ ਆ ਉਹ ਕੀ ਆ, ਇੰਡੀਵਿਜੂਅਲ ਜਿਹੜੀ ਇਕਨੋਮਿਕਸ ਚੋਇਸਿਸ ਨੇ ਉਹ ਇਫੈਕਟ ਕਰਦੇ ਹਨ, ਕਿ ਇਕੱਲੇ ਬੰਦੇ ਦੀ ਚੋਇਸ ਵੀ ਉੱਥੇ ਮੈਟਰ ਕਰਦੀ ਆ, ਠੀਕ ਹੈ ਜੀ। ਨੈਕਸਟ ਹੈਗਾ ਵਾ ਡਿਸੀਜ਼ਨ ਆਫ ਟੂ ਦੀ ਇੰਡੀਵਿਜੂਅਲ ਫਰਮ। ਹੁਣ ਜਿਹੜੀ ਇੱਕ ਫਰਮ ਆ ਚੀਜ਼ ਬਣਾਉਣ ਵਾਲੀ, ਉਹ ਚੀਜ਼ ਵੀ ਇਫੈਕਟ ਕਰਦੀ ਆ। ਫੋਰ ਐਗਜ਼ਾਮਪਲ ਵੀ ਜਿਵੇਂ ਸਾਡੇ ਇੱਥੇ ਸਾਡੇ ਨੀਅਰ ਬਾਏ ਜੇਕਰ ਸੈਨੀਟਾਈਜ਼ਰ ਦੀ ਇੱਕ ਹੀ ਫਰਮ ਹੋਵੇ, ਜੇਕਰ ਉਹ ਪ੍ਰੋਡਕਸ਼ਨ ਬੰਦ ਕਰ ਦੇਵੇ ਤਾਂ ਇਹਦਾ ਮਤਲਬ ਕੀ ਹੋਇਆ ਵੀ ਪ੍ਰਾਈਸ ਇੱਕਦਮ ਇਨਕਰੀਜ਼ ਹੋਊਗਾ, ਕਿਉਂਕਿ ਉਹਦੀ ਸ਼ਾਰਟੇਜ ਹੋ ਜਾਊਗੀ। ਸਾਡੇ ਕੋਲ ਉੱਥੇ ਫਰਮ ਹੈ ਨਹੀਂ, ਬਾਹਰੋਂ ਲੈ ਕੇ ਆਵਾਂਗੇ ਤਾਂ ਉਹ ਪ੍ਰਾਈਸ ਦੁੱਗਣਾ ਲੱਗੂਗਾ, ਤਾਂ ਇਹ ਚੀਜ਼ ਇਫੈਕਟ ਕਰੇਗੀ। ਡਿਸੀਜ਼ਨ ਆਫ ਦੀ ਇੰਡੀਵਿਜੂਅਲ ਕੰਜ਼ਿਊਮਰ, ਹੁਣ ਇਕੱਲਾ ਬੰਦਾ ਵਾ ਜਿਹੜਾ ਕੰਜ਼ਿਊਮਰ ਆ ਉਹਦੀ ਵੀ ਡਿਮਾਂਡ ਇਫੈਕਟ ਕਰਦੀ ਆ, ਠੀਕ ਹੈ ਜੀ। ਨੈਕਸਟ ਹੈਗਾ ਹਾਊ ਟੂ ਦੀ ਡਿਮਾਂਡ ਐਂਡ ਪ੍ਰਾਈਸ ਆਰ ਡਿਟਰਮਿਨ ਇਨ ਟੂ ਦੀ ਇੰਡੀਵਿਜੂਅਲ ਮਾਰਕੀਟ। ਇੱਕ ਮਾਰਕੀਟ ਦੇ ਵਿੱਚ ਜਿਵੇਂ ਮਲੌਦ ਦੀ ਮਾਰਕੀਟ ਦੇ ਵਿੱਚ ਕਿਸ ਤਰੀਕੇ ਨਾਲ ਉਹਦੀ ਡਿਮਾਂਡ ਅਤੇ ਪ੍ਰਾਈਸ ਨੂੰ ਡਿਟਰਮਿਨ ਕੀਤਾ ਜਾਊਗਾ ਉਹ ਵੀ ਮੈਟਰ ਕਰਦੀ ਆ। ਨੈਕਸਟ ਹੈਗਾ ਵਾ ਡਿਸੀਜ਼ਨ ਆਫ ਟੂ ਦੀ ਇੰਡੀਵਿਜੂਅਲ ਹਾਊਸ ਹੋਲਡ, ਵੀ ਇਕੱਲਾ ਬੰਦਾ ਆਪਣੇ ਘਰ ਦੇ ਵਿੱਚ ਕੀ ਖਰਚੇ ਕਰਦਾ ਵਾ, ਤਾਂ ਉਹ ਚੀਜ਼ਾਂ ਨੂੰ ਇਫੈਕਟ ਪਏਗਾ। ਜਦੋਂ ਲੋਕਡਾਊਨ ਹੋਇਆ ਤਾਂ ਲੋਕਡਾਊਨ ਦੇ ਵਿੱਚ ਜ਼ਿਆਦਾਤਰ ਬੰਦਿਆਂ ਨੂੰ ਦੋ ਚੀਜ਼ਾਂ ਦੀ ਲੋੜ ਪਈ, ਇੱਕ ਕੈਮਿਸਟ ਸ਼ੌਪ ਦੀ ਕਿਉਂਕਿ ਉਹਦੇ ਵਿੱਚ ਦਵਾਈਆਂ, ਮੈਡੀਸਨਸ ਅਤੇ ਹੋਰ ਜਿਹੜੇ ਸੈਨੀਟਾਈਜ਼ਰ ਇਹ ਚੀਜ਼ਾਂ ਦੀ ਲੋੜ ਪਈ। ਨੈਕਸਟ ਹੈਗਾ ਜਨਰਲ ਸਟੋਰ, ਜਿੱਥੇ ਉਹਨਾਂ ਨੇ ਆਪਣੇ ਡੇਲੀ ਖਾਣ ਪੀਣ ਦੇ ਲਈ ਚੀਜ਼ਾਂ ਜਿਹੜੀਆਂ ਚਾਹੀਦੀਆਂ ਸੀਗੀਆਂ, ਤਾਂ ਇਹ ਚੀਜ਼ਾਂ ਇਫੈਕਟ ਕਰਦੀਆਂ ਸੀ ਉਸ ਸਮੇਂ।
ਆਈ ਹੋਪ ਤੁਹਾਨੂੰ ਜਿਹੜੀ ਹੈ ਮਾਈਕਰੋ ਇਕਨੋਮਿਕਸ ਉਹ ਸਮਝ ਆਈ ਹੋਵੇਗੀ। ਅੱਜ ਦਾ ਸੈਸ਼ਨ ਅਸੀਂ ਅੱਜ ਇੱਥੇ ਹੀ ਬੰਦ ਕਰਦੇ ਹਾਂ। ਮੈਂ ਤੁਹਾਨੂੰ ਫੇਰ ਤੋਂ ਇਸ ਚੀਜ਼ ਦੇ ਬਾਰੇ ਰਿਵਿਊ ਕਰਾਉਣੇ, ਅਸੀਂ ਕੀ ਪੜ੍ਹਿਆ, ਇਕਨੋਮਿਕਸ ਕੀ ਹੁੰਦੀ ਹੈ, ਇਕਨੋਮਿਕਸ ਦੇ ਵਿੱਚ ਜਿਹੜੇ 2 ਪਾਰਟਸ ਬਣਦੇ ਨੇ, ਮਾਈਕਰੋ ਇਕਨੋਮਿਕਸ ਅਤੇ ਮਾਈਕਰੋ ਇਕਨੋਮਿਕਸ, ਉਹਨਾਂ ਦੇ ਬਾਰੇ ਗੱਲ ਕੀਤੀ, ਕਿਹੜੇ ਫੈਕਟਰ ਉਹਨਾਂ ਨੂੰ ਇਫੈਕਟ ਕਰਦੇ ਆ, ਮਾਈਕਰੋ ਇਕਨੋਮਿਕਸ ਹੁੰਦੀ ਕੀ ਆ, ਸਾਨੂੰ ਸਕੋਪ ਕੀ ਆ, ਤਾਂ ਇਸ ਚੀਜ਼ਾਂ ਦੇ ਬਾਰੇ ਅੱਜ ਅਸੀਂ ਗੱਲ ਕੀਤੀ। ਆਈ ਹੋਪ ਤੁਹਾਨੂੰ ਇਹ ਜਿਹੜਾ ਸੈਸ਼ਨ ਆ ਉਹ ਬਹੁਤ ਵਧੀਆ ਲੱਗਿਆ ਹੋਵੇਗਾ। ਜੇਕਰ ਸੈਸ਼ਨ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਕਰਨਾ ਨਾ ਭੁੱਲਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਜਸਟ ਟੂ ਵੇਟ ਫॉर ਅ ਬ੍ਰਾਈਟ ਫਿਊਚਰ। ਮੋਰ ਅਪਡੇਸ਼ਨ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਮੇਰੀ ਨਵੀਂ ਵੀਡੀਓ ਦੇ ਬਾਰੇ ਤੁਹਾਨੂੰ ਅਪਡੇਸ਼ਨ ਨਾਲ ਦੀ ਨਾਲ ਮਿਲ ਜਾਵੇ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।